ਹਾਂਜੀ ਦੋਸਤੋ, ਵੈਲਕਮ। ਤੁਹਾਡਾ ਸਵਾਗਤ ਹੈ ਜੀ ਸਟੱਡੀਸ਼ਿਪ ਦੇ YouTube ਚੈਨਲ ਦੇ ਉੱਪਰ। ਅੱਜ 5 ਸਤੰਬਰ 2022 5 ਸਤੰਬਰ 2022 ਨੂੰ ਅਧਿਆਪਕ ਦਿਵਸ ਦੇ ਮੌਕੇ ਇਹ ਚੈਨਲ ਦੀ ਪਹਿਲੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਇਹ ਚੈਨਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਤੁਸੀਂ ਨਿਵੇਕਲੀ ਕਿਸਮ ਦੀ ਜੋ ਜੀ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਹੈ ਉਹ ਵੇਖੋਗੇ ਅਤੇ ਉਹਦਾ ਜਿਹੜਾ ਹੈ ਤੁਸੀਂ ਭਰਪੂਰ ਫਾਇਦਾ ਉਠਾਓਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹਰ ਵਿਸ਼ੇ ਨਾਲ ਸੰਬੰਧਿਤ, ਹਰ ਕਲਾਸ ਨਾਲ ਸੰਬੰਧਿਤ ਜਿਹੜੀਆਂ ਹੈਲਪਫੁਲ ਵੀਡੀਓਜ਼ ਹੈ ਉਹ ਮਿਲਦੀਆਂ ਰਹਿਣਗੀਆਂ। ਇਹਦੇ ਲਈ ਤੁਸੀਂ ਕਿ ਤੁਹਾਨੂੰ ਵੀਡੀਓਜ਼, ਹਰ ਤਰ੍ਹਾਂ ਦੀ ਵੀਡੀਓਜ਼ ਤੁਹਾਨੂੰ ਮਿਲੇ ਔਰ ਤੁਹਾਡੇ ਕੰਮ ਆਵੇ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓਜ਼ ਨੂੰ ਲਾਈਕ, ਕਮੈਂਟ ਕਰਨਾ। ਜੇ ਕੋਈ ਤੁਹਾਡੇ ਵੱਲੋਂ ਸੁਝਾਅ ਹੋਵੇ ਤਾਂ ਉਹ ਸੁਝਾਅ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਨੂੰ ਦੱਸਣਾ। ਔਰ ਵੀਡੀਓਜ਼ ਦੇ ਵਿੱਚ ਤੁਹਾਨੂੰ ਕੋਈ ਕਮੀ ਲੱਗੇ, ਕੋਈ ਸੁਧਾਰ ਦੀ ਜ਼ਰੂਰਤ ਲੱਗੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਸੋ ਦੈਟ ਇਸ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਹੋਰ ਇੰਪਰੂਵ ਕੀਤਾ ਜਾਵੇ ਤੁਹਾਡੇ ਸਹਿਯੋਗ ਦੇ ਨਾਲ। ਸੋ ਇਸ 'ਤੇ ਅੱਜ ਆਪਾਂ ਫਸਟ ਲੈਕਚਰ ਦੇ ਵਿੱਚ, ਪਹਿਲੇ ਲੈਸਨ ਦੇ ਵਿੱਚ ਟੀਚਿੰਗ ਆਫ ਇੰਗਲਿਸ਼ ਗ੍ਰਾਮਰ ਦਾ ਜਿਹੜਾ ਟੌਪਿਕ ਆ ਉਹ ਸ਼ੁਰੂ ਕਰਨ ਲੱਗੇ ਹਾਂ ਬਿਲਕੁਲ ਬੇਸਿਕ ਤੋਂ। ਬਿਕੋਜ਼ ਕੋਈ ਵੀ ਭਾਸ਼ਾ, ਕੋਈ ਵੀ ਲੈਂਗੁਏਜ ਸਿੱਖਣੀ ਮੁਸ਼ਕਿਲ ਕੰਮ ਨਹੀਂ ਆ, ਬਸ ਉਸ ਦਾ ਜੋ ਤੁਹਾਨੂੰ ਗ੍ਰਾਮਰ ਦੇ ਰੂਲ ਰੈਗੂਲੇਸ਼ਨ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਵਿਆਕਰਨ ਬੋਲਦੇ ਹਾਂ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀ ਉਸ ਦੇ ਨਿਯਮ ਨੇ, ਕੀ ਉਸ ਦਾ ਸਟਰਕਚਰ ਹੈ, ਤਾਂ ਫਿਰ ਕੋਈ ਵੀ ਭਾਸ਼ਾ ਤੁਹਾਨੂੰ ਬਹੁਤ ਆਸਾਨ ਲੱਗੇਗੀ। ਸੋ ਟੀਚਿੰਗ ਆਫ ਇੰਗਲਿਸ਼ ਗ੍ਰਾਮਰ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ। ਟੀਚਿੰਗ ਆਫ ਇੰਗਲਿਸ਼ ਗ੍ਰਾਮਰ ਦੇ ਵਿੱਚ ਆਪਾਂ ਬੇਸਿਕਸ ਤੋਂ, ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਹੋਣਾ ਕਿ ਸਟਾਰਟ ਫਰੋਮ ABC। ਸੋ ਆਪਾਂ ABC ਤੋਂ ਸ਼ੁਰੂ ਕਰਨ ਲੱਗੇ ਹਾਂ। ABC ਤੁਹਾਨੂੰ ਸਾਰਿਆਂ ਨੂੰ ਆਉਂਦੀ ਹੋਣੀ ਹੈ। ਆਪਾਂ ਜਾਣਦੇ ਹਾਂ ਕਿ ਟੋਟਲ ਲੈਟਰਸ ਹੈ ਜਿਹੜੇ ਉਹ 26 ਹੈ, 26 ਲੈਟਰਸ ਹੈ ABC ਦੇ ਵਿੱਚ। ਤਾਂ 26 ਜਿਹੜੇ ਲੈਟਰਸ ਹੈ ਉਹ 26 ਨੂੰ ਆਪਾਂ ਲੈਟਰਸ ਬੋਲਦੇ ਹਾਂ ਔਰ ਪੂਰੀ ਜਿਹੜੀ ABC ਆ ਉਹਨੂੰ ਆਪਾਂ ਅਲਫਾਬੈਟ ਬੋਲਦੇ ਹਾਂ। ਅਲਫਾਬੈਟ ਕੋਈ ਲੈਟਰ ਨਹੀਂ ਹੈ, A ਅਲਫਾਬੈਟ ਨਹੀਂ ਹੈ, B ਅਲਫਾਬੈਟ ਨਹੀਂ ਹੈ। ਟੋਟਲ 26 ਲੈਟਰ ਦਾ ਜਿਹੜਾ ਸਮੂਹ ਹੈ, 26 ਅੱਖਰਾਂ ਦਾ ਸਮੂਹ ਹੈ, ਉਸਨੂੰ ਆਪਾਂ ਅਲਫਾਬੈਟ ਬੋਲਦੇ ਹਾਂ। ਅਲਫਾਬੈਟ, ਜਿਸ ਨੂੰ ਆਪਾਂ ਵਰਣਮਾਲਾ ਵੀ ਕਹਿ ਦਿੰਦੇ ਹਾਂ। ਪੰਜਾਬੀ ਦੇ ਵਿੱਚ ਆਪਾਂ ਊੜਾ ਆੜਾ ਨੂੰ 35 ਕਹਿ ਦਿੰਦੇ ਹਾਂ। ਸੋ ਟੋਟਲ ਲੈਟਰਸ ਹੈ ਇਹ, ਔਰ ਇਕੱਠੇ ਸਮੂਹ ਨੂੰ ਆਪਾਂ ਅਲਫਾਬੈਟ ਬੋਲਣਾ ਹੈ। ਇਹਦੇ ਦੋ ਤਰੀਕੇ ਹੈ, ਇੱਕ ਅਪਰ ਕੇਸ ਦੇ ਵਿੱਚ ਆਪਾਂ ਲਿਖ ਸਕਦੇ ਹਾਂ, ਇੱਕ ਲੋਅਰ ਕੇਸ ਦੇ ਵਿੱਚ ਲਿਖ ਸਕਦੇ ਹਾਂ। ਅਪਰ ਕੇਸ ਦਾ ਮਤਲਬ ਜਿਵੇਂ ਮੈਂ ਇੱਥੇ ਤੁਹਾਨੂੰ ਦਿਖਾ ਰਿਹਾ ABCD A to Z ਲਿਖਿਆ ਹੈ। ਅਪਰ ਕੇਸ ਦਾ ਮਤਲਬ ਜਦੋਂ ਆਪਾਂ ਬੋਲਦੇ ਹਾਂ ਪੰਜਾਬੀ ਦੇ ਵਿੱਚ ਆਮ ਤੌਰ 'ਤੇ ਕਿ ਵੱਡੇ ਅੱਖਰ, ABC ਦੇ ਵੱਡੇ ਅੱਖਰ, ਇਸ ਨੂੰ ਟੈਕਨੀਕਲੀ ਇਸ ਨੂੰ ਅਪਰ ਕੇਸ ਲੈਟਰਸ ਬੋਲਿਆ ਜਾਂਦਾ ਹੈ, ਅਪਰ ਕੇਸ ਲੈਟਰਸ। ਔਰ ਲੋਅਰ ਕੇਸ ਲੈਟਰਸ ਹੈ ਜਿਹੜੇ, ਉਹਨਾਂ ਨੂੰ ਆਪਾਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਆਪਣੇ ਛੋਟੀ ABC ਵੀ ਬੋਲਦੇ ਹਾਂ, ABC ਦੇ ਛੋਟੇ ਅੱਖਰ ਵੀ ਬੋਲਦੇ ਹਾਂ। ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਰਹੇ ਹੋ ABCD A to Z ਲਿਖਿਆ ਹੈ ਔਰ ਇਹਨਾਂ ਨੂੰ ਛੋਟੇ ਅੱਖਰਾਂ ਦੇ ਰੂਪ ਦੇ ਵਿੱਚ ਲਿਖਿਆ। ਇਸ ਨੂੰ ਟੈਕਨੀਕਲੀ ਲੋਅਰ ਕੇਸ ਲੈਟਰਸ ਬੋਲਿਆ ਜਾਂਦਾ ਇੰਗਲਿਸ਼ ਦੇ। ਸੋ ਨੈਕਸਟ ਹੈ ਜੀ ਵੋਵਲ ਐਂਡ ਕੰਸੋਨੈਂਟ ਲੈਟਰਸ। ਵੋਵਲ ਦਾ ਮਤਲਬ ਹੈ ਸਵਰ ਅੱਖਰ, ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਸਵਰ ਅੱਖਰ ਬੋਲਦੇ ਹਾਂ। ਕੰਸੋਨੈਂਟ ਲੈਟਰਸ ਦਾ ਮਤਲਬ ਹੈ ਵਿਅੰਜਨ ਅੱਖਰ। ਜਿਵੇਂ ਪੰਜਾਬੀ ਦੇ ਵਿੱਚ ਊੜਾ ਆੜਾ ਈੜੀ 3 ਵੋਵਲ ਜਿਹੜੇ ਹੈ ਸਵਰ ਲੈਟਰਸ ਨੇ, ਸਵਰ ਅੱਖਰ ਨੇ, ਅਤੇ ਬਾਕੀ ਕੰਸੋਨੈਂਟ ਲੈਟਰਸ ਨੇ। ਉਸੇ ਤਰ੍ਹਾਂ ਇੰਗਲਿਸ਼ ਅਲਫਾਬੈਟ ਦੇ ਵਿੱਚ ਕੁੱਲ 5 ਵੋਵਲ ਲੈਟਰਸ ਨੇ। ਇਹ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ AEIOU 5 ਲੈਟਰਸ ਹੈ ਜਿਨ੍ਹਾਂ ਨੂੰ ਵੋਵਲ ਲੈਟਰਸ ਬੋਲਿਆ ਜਾਂਦਾ। ਕੰਸੋਨੈਂਟ ਲੈਟਰਸ ਹੈ ਜਿਹੜੇ ਬਾਕੀ 5 ਤੋਂ ਇਲਾਵਾ ਰਹਿੰਦੇ 21 ਲੈਟਰਸ ਹੈ, 21 ਅੱਖਰ ਹੈ, ਉਹ ਸਾਰੇ ਰਿਮੇਨਿੰਗ ਆਲ ਜਿਹੜੇ ਹੈ ਉਹ ਕੰਸੋਨੈਂਟ ਲੈਟਰਸ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸ਼ਬਦ ਦੀ। ਵਰਡ ਕੀ ਹੁੰਦਾ ਹੈ? ਇੱਕ ਸ਼ਬਦ ਹੈ ਜਿਹੜਾ ਉਹ ਕੀ ਹੁੰਦਾ? ਅੱਖਰ ਆਪਾਂ ਜਾਣ ਲਿਆ ਕਿ ਅੱਖਰ ਕੀ ਹੁੰਦਾ, ਲੈਟਰ ਕੀ ਹੁੰਦਾ। ਲੈਟਰ ਤੋਂ ਬਾਅਦ ਜਦੋਂ ਆਪਾਂ ਕਈ ਸਾਰੇ ਲੈਟਰਸ ਨੂੰ ਇਕੱਠੇ ਕਰ ਦਿੰਦੇ ਹਾਂ, ਕੰਬਾਈਨ ਕਰ ਦਿੰਦੇ ਹਾਂ ਅਲਫਾਬੈਟ ਨੂੰ, ਕਈ ਸਾਰੇ ਲੈਟਰਸ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਆਪਾਂ ਵਰਡ ਬੋਲਦੇ ਹਾਂ, ਸ਼ਬਦ ਬੋਲਦੇ ਹਾਂ। ਜਿਵੇਂ ਇਹੀ ਸੈਂਟੈਂਸ ਦੀ ਐਗਜ਼ਾਮਪਲ ਆਪਾਂ ਇੱਥੇ ਲਈਏ, ਇਹਦੇ ਵਿੱਚ ਸਭ ਤੋਂ ਪਹਿਲਾਂ ਵੈਨ ਆ ਰਿਹਾ, ਫਿਰ ਅਲਫਾਬੈਟ ਆ ਰਿਹਾ, ਫਿਰ ਆਰ ਆ ਰਿਹਾ, ਫਿਰ ਕੰਬਾਈਨਡ ਟੂ ਮੇਕ ਸਮ ਸੈਂਸ ਇਜ਼ ਕਾਲਡ ਅ ਵਰਡ ਐਟਸੈਟਰਾ। ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਸਾਰੇ ਇਹ ਸਮੂਹ ਨੇ, ਅੱਖਰਾਂ ਦਾ ਸਮੂਹ ਹੈ, ਅੱਖਰਾਂ ਨੂੰ ਆਪਾਂ ਮਿਲਾ ਕੇ ਜਦੋਂ ਇੱਕ ਸੈਂਸੀਬਲ ਇਨਫੋਰਮੇਸ਼ਨ ਪ੍ਰਾਪਤ ਕਰਦੇ ਹਾਂ, ਇੱਕ ਮੀਨਿੰਗਫੁਲ ਇਨਫੋਰਮੇਸ਼ਨ ਪ੍ਰਾਪਤ ਕਰਦੇ ਹਾਂ, ਜਿਸ ਤੋਂ ਸਾਨੂੰ ਕੋਈ ਵੈਲਿਡ ਸੂਚਨਾ ਮਿਲਦੀ ਹੈ, ਉਸ ਨੂੰ ਆਪਾਂ ਵਰਡ ਬੋਲਦੇ ਹਾਂ, ਸ਼ਬਦ ਬੋਲਦੇ ਹਾਂ। ਫਿਰ ਸੈਂਟੈਂਸ ਕੀ ਹੈ? ਸੈਂਟੈਂਸ ਦਾ ਮਤਲਬ ਕੀ ਹੈ? ਸੈਂਟੈਂਸ ਮਤਲਬ ਪੰਜਾਬੀ ਦੇ ਵਿੱਚ ਆਪਾਂ ਜਿਸ ਨੂੰ ਵਾਕ ਬਣਤਰ ਬੋਲਦੇ ਹਾਂ, ਵਾਕ ਸੈਂਟੈਂਸ ਹੈ, ਕੰਬੀਨੇਸ਼ਨ ਆਫ ਵਰਡਸ। ਜਦੋਂ ਅੱਖਰਾਂ ਦੇ ਸਮੂਹ ਤੋਂ ਵਰਡਸ ਬਣਦੇ ਆ, ਸ਼ਬਦ ਬਣਦੇ ਆ, ਔਰ ਸ਼ਬਦਾਂ ਦੇ ਸਮੂਹ ਤੋਂ ਵਾਕ ਬਣਦੇ ਆ। ਇਹਨਾਂ ਦੇ
ਕੰਬੀਨੇਸ਼ਨ ਨੂੰ, ਵਰਡਸ ਦੇ ਕੰਬੀਨੇਸ਼ਨ ਨੂੰ ਸੈਂਟੈਂਸ ਜਾਂ ਵਾਕਿਆ ਇਹਦਾ ਟੂ ਰਿਪੋਰਟ ਅ ਸੈਂਸੀਬਲ ਮੀਨਿੰਗਫੁਲ ਇਨਫੋਰਮੇਸ਼ਨ। ਫੋਰ ਐਗਜ਼ਾਮਪਲ ਇੱਥੇ ਮੈਂ ਐਗਜ਼ਾਮਪਲ ਦਿੱਤੀ ਹੈ, ਹੀ ਇਜ਼ ਗੋਇੰਗ ਟੂ ਸਕੂਲ। ਸੈਂਸੀਬਲ ਇਨਫੋਰਮੇਸ਼ਨ ਹੈ, ਮੀਨਿੰਗਫੁਲ ਇਨਫੋਰਮੇਸ਼ਨ ਮਿਲ ਰਹੀ ਹੈ ਇਸ ਸੈਂਟੈਂਸ ਤੋਂ ਕਿ ਹੀ ਇਜ਼ ਗੋਇੰਗ ਟੂ ਸਕੂਲ। ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਜਿੱਥੋਂ ਆਪਾਂ ਨੂੰ ਕੋਈ ਵੈਲਿਡ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਕੀ ਕੰਮ ਹੋ ਰਿਹਾ, ਜਿੱਦਾਂ ਮੀਨਿੰਗ ਕੋਈ ਬਣ ਰਿਹਾ ਹੈ, ਅਤੇ ਆਪਣੇ ਜਿਹੜਾ ਮਾਈਂਡ ਦੇ ਵਿੱਚ ਉਸ ਵਾਕ ਨੂੰ ਪੜ੍ਹਦੇ, ਸੈਂਟੈਂਸ ਨੂੰ ਪੜ੍ਹਦੇ ਸੁਣਦੇ ਆਪਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਮੀਨਿੰਗਫੁਲ, ਆਪਾਂ ਨੂੰ ਕੋਈ ਵੈਲਿਡ ਇਨਫੋਰਮੇਸ਼ਨ ਮਿਲ ਰਹੀ ਹੈ, ਉਹਨੂੰ ਆਪਾਂ ਸੈਂਟੈਂਸ ਬੋਲਦੇ ਹਾਂ। ਇਸ ਤੋਂ ਬਾਅਦ ਹੈ ਜੀ ਪੈਰਾਗ੍ਰਾਫ, ਕੰਬੀਨੇਸ਼ਨ ਆਫ ਸੈਂਟੈਂਸਸ। ਲੈਟਰਸ ਦੇ ਸਮੂਹ ਨੂੰ ਵਰਡ, ਵਰਡ ਦੇ ਸਮੂਹ ਨੂੰ ਸੈਂਟੈਂਸ, ਔਰ ਸੈਂਟੈਂਸਸ ਦੇ ਸਮੂਹ ਨੂੰ ਇਕੱਠੇ ਗਰੁੱਪ ਨੂੰ ਪੈਰਾਗ੍ਰਾਫ ਬੋਲਿਆ ਜਾਂਦਾ ਹੈ। ਕੰਬੀਨੇਸ਼ਨ ਆਫ ਸੈਂਟੈਂਸਸ ਟੂ ਰਿਪੋਰਟ ਅ ਸੈਂਸੀਬਲ ਮੀਨਿੰਗਫੁਲ ਇਨਫੋਰਮੇਸ਼ਨ, ਜਿੱਥੋਂ ਆਪਾਂ ਨੂੰ ਕੋਈ ਕੰਬੀਨੇਸ਼ਨ ਆਫ ਸੈਂਟੈਂਸਸ ਤੋਂ ਕੋਈ ਮੀਨਿੰਗਫੁਲ ਇਨਫੋਰਮੇਸ਼ਨ ਮਿਲਦੀ ਹੈ। ਜਿਵੇਂ ਮਾਈ ਬੈਸਟ ਫਰੈਂਡ, ਆਪਾਂ ਕੋਈ ਐਸੇ ਫੋਰ ਐਗਜ਼ਾਮਪਲ ਲਿਖ ਰਹੇ ਹਾਂ, ਇਹਦੇ 'ਚ ਇਹ 5-7 ਲਾਈਨਾਂ ਮੈਂ ਫੋਰ ਐਗਜ਼ਾਮਪਲ ਲਿਖੀਆਂ। ਰਾਮ ਇਜ਼ ਮਾਈ ਬੈਸਟ ਫਰੈਂਡ, ਹੀ ਇਜ਼ ਮਾਈ ਕਲਾਸਮੇਟ, ਹੀ ਇਜ਼ 10 years old, ਹਿਜ਼ ਫਾਦਰ ਇਜ਼ ਡਾਕਟਰ, ਹਿਜ਼ ਮਦਰ ਇਜ਼ ਅ ਟੀਚਰ, ਹੀ ਇਜ਼ ਐਨ ਇੰਟੈਲੀਜੈਂਟ ਸਟੂਡੈਂਟ, ਹੀ ਆਲਵੇਜ਼ ਸਟੈਂਡਸ ਫਸਟ ਇਨ ਆਰ ਕਲਾਸ, ਐਟਸੈਟਰਾ ਐਟਸੈਟਰਾ। ਸੋ ਇਹ ਸਾਰੀਆਂ ਲਾਈਨਸ ਹੈ ਜਿਹੜੀਆਂ, ਇਹਨਾਂ ਨੂੰ ਆਪਾਂ ਸੈਂਟੈਂਸਸ ਬੋਲਦੇ ਹਾਂ। ਸੈਂਟੈਂਸਸ ਦਾ ਕੰਬੀਨੇਸ਼ਨ ਬਣਾਇਆ ਗਿਆ ਜਿਸ ਨੂੰ ਆਪਾਂ ਇੱਕ ਪੈਰਾਗ੍ਰਾਫ ਬੋਲਦੇ ਹਾਂ, ਪੂਰਾ ਪੈਰਾ। ਇਸ ਤੋਂ ਬਾਅਦ ਜੀ ਸੈਂਟੈਂਸ ਸਟਰਕਚਰ ਕੀ ਹੁੰਦੀ ਹੈ। ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ, ਕਿਸੇ ਵੀ ਭਾਸ਼ਾ ਦੇ ਵਿੱਚ, ਕਿਸੇ ਵੀ ਲੈਂਗੁਏਜ ਦੇ ਵਿੱਚ ਸੈਂਟੈਂਸ ਸਟਰਕਚਰ ਦਾ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਭਾਸ਼ਾ ਸਿੱਖਣੀ ਚਾਹੁੰਦੇ ਹੋ। ਸੈਂਟੈਂਸ ਮੀਨਸ ਵਾਕ, ਸਟਰਕਚਰ ਮੀਨਸ ਬਣਤਰ। ਵਾਕ ਬਣਤਰ ਕੀ ਹੈ? ਆਲ ਦਾ ਵਰਡਸ ਇਨ ਅ ਸੈਂਟੈਂਸ ਹੈਵ ਦੇਅਰ ਪਾਰਟੀਕੂਲਰ ਪਲੇਸ ਇਨ ਅ ਮੀਨਿੰਗਫੁਲ ਸੈਂਟੈਂਸ। ਕਿਸੇ ਵੀ ਸੈਂਟੈਂਸ ਦੇ ਵਿੱਚ ਜਿਹੜੇ ਵਰਡਸ ਹੈ ਉਹਨਾਂ ਦੀ ਇੱਕ ਪਾਰਟੀਕੂਲਰ ਪਲੇਸ ਹੁੰਦੀ ਹੈ। ਸਪੋਜ਼ ਇਹ ਐਗਜ਼ਾਮਪਲ ਜਿਵੇਂ ਹੈ, ਸੋ ਇਫ ਵੀ ਚੇਂਜ ਦਾ ਪਲੇਸ ਆਫ ਦਾ ਵਰਡਸ ਦਾ ਸੈਂਟੈਂਸ ਵਿਲ ਬੀ ਮੀਨਿੰਗਲੈਸ। ਜੇ ਅਸੀਂ ਇਹਨਾਂ ਦੀ ਜਗ੍ਹਾ ਜਿਹੜੀ ਚੇਂਜ ਕਰ ਦਿਆਂਗੇ ਵਰਡਸ ਦੀ, ਇੱਕ ਜਿਹੜਾ ਪਰਟੀਕੂਲਰ ਵਰਡ ਹੈ ਉਹ ਆਪਣੀ ਜਗ੍ਹਾ 'ਤੇ ਹੀ ਫਿੱਟ ਹੋਵੇਗਾ ਸੈਂਟੈਂਸ ਦੇ ਵਿੱਚ, ਜੇ ਉਸਨੂੰ ਚੇਂਜ ਕਰੋਗੇ ਉਹਦੀ ਪੋਜੀਸ਼ਨ ਨੂੰ, ਤਾਂ ਉਹ ਜਿਹੜਾ ਮੀਨਿੰਗਲੈਸ ਹੋ ਜਾਏਗਾ ਵਰਡ ਹੈ ਜਿਹੜਾ ਇੱਥੇ ਲਿਖਿਆ, ਇਫ ਵੀ ਚੇਂਜ ਦਾ ਪਲੇਸ ਆਫ ਦਾ ਵਰਡ ਸੈਂਟੈਂਸ ਵਿਲ ਬੀ ਮੀਨਿੰਗਲੈਸ। ਸੋ ਦੇयर ਇਜ਼ ਅ ਪਰਫੈਕਟ ਸੈਂਟੈਂਸ ਸਟਰਕਚਰ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਰਫੈਕਟ ਸੈਂਟੈਂਸ ਸਟਰਕਚਰ ਹੈ ਹਰ ਭਾਸ਼ਾ ਦੇ ਵਿੱਚ, ਸਿਮਿਲਰਲੀ ਇੰਗਲਿਸ਼ ਦੇ ਵਿੱਚ ਵੀ ਹੈ। ਸੋ ਇੱਥੇ ਐਗਜ਼ਾਮਪਲ ਮੈਂ ਇੱਕ ਦਿੱਤੀ ਹੈ, ਤੁਸੀਂ ਪੜ੍ਹ ਸਕਦੇ ਹੋ। ਫਸਟ ਸੈਂਟੈਂਸ ਜੋ ਲਿਖਿਆ ਹੈ, ਰਾਮ ਇਜ਼ ਗੋਇੰਗ ਟੂ ਸਕੂਲ, ਐਂਡ ਸੈਕੰਡ ਦੇ ਵਿੱਚ ਮੈਂ ਜਿਹੜੀ ਪੋਜੀਸ਼ਨ ਹੈ ਉਹਨਾਂ ਦੀ ਵਰਡਸ ਦੀ ਉਲਟੀ ਕੀਤੀ ਹੈ, ਸਕੂਲ ਰਾਮ ਇਜ਼ ਟੂ ਗੋਇੰਗ। ਸੋ ਸੈਕੰਡ ਸੈਂਟੈਂਸ ਤੋਂ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕੁਛ ਇਨਫੋਰਮੇਸ਼ਨ ਤੁਹਾਨੂੰ ਨਹੀਂ ਮਿਲ ਰਹੀ, ਕੋਈ ਵੈਲਿਡ ਇਨਫੋਰਮੇਸ਼ਨ ਤੁਹਾਨੂੰ ਨਹੀਂ ਪਤਾ ਚੱਲ ਰਿਹਾ ਕਿ ਕੀ ਹੈ। ਸਕੂਲ ਰਾਮ ਇਜ਼ ਟੂ ਗੋਇੰਗ, ਬਟ ਜੇ ਆਪਾਂ ਬੋਲੀਏ ਇਸ ਨੂੰ ਰਾਮ ਇਜ਼ ਗੋਇੰਗ ਟੂ ਸਕੂਲ, ਪਤਾ ਚੱਲ ਰਿਹਾ ਕਿ ਰਾਮ ਸਕੂਲ ਜਾ ਰਿਹਾ ਹੈ। ਸੋ ਇਹ ਐਗਜ਼ਾਮਪਲ ਆਪਾਂ ਨੂੰ ਦੱਸ ਰਹੀ ਹੈ ਕਿ ਸੈਂਟੈਂਸ ਸਟਰਕਚਰ ਇੱਕ ਪਰਫੈਕਟ ਸੈਂਟੈਂਸ ਸਟਰਕਚਰ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ। ਸੋ ਇਹਦੇ ਵਿੱਚ ਸੈਂਟੈਂਸ ਸਟਰਕਚਰ ਦੇ ਵਿੱਚ ਆਪਾਂ ਕੀ ਕੁਛ ਸਟੱਡੀ ਕਰਦੇ ਹਾਂ। ਸੈਂਟੈਂਸ ਦੇ ਵਿੱਚ ਹੈ ਕਿ ਕੀ ਸਬਜੈਕਟ ਕੀ ਹੈ ਆਪਣੇ ਕੋਲ। ਅ ਵਰਡ may be noun or pronoun in a sentence which refers to a doer of the action or who acts, ਕਿ ਜੋ ਕੰਮ ਨੂੰ ਕਰ ਰਿਹਾ ਹੈ। ਇੱਕ ਨਾਊਨ ਵਰਡ ਹੋ ਸਕਦਾ ਹੈ ਸੈਂਟੈਂਸ ਦੇ ਵਿੱਚ, ਇੱਕ ਪ੍ਰਨਾਊਨ ਵਰਡ ਹੋ ਸਕਦਾ ਹੈ ਜੋ ਸਾਨੂੰ ਇਹ ਦੱਸ ਰਿਹਾ ਕਿ ਡੂਅਰ ਕੌਣ ਹੈ। ਡੂਅਰ ਆਫ ਦ ਐਕਸ਼ਨ ਮੀਨਸ ਕੰਮ ਨੂੰ ਕਰਨ ਵਾਲਾ ਕੌਣ ਹੈ, ਜਾਂ ਹੂ ਐਕਟਸ ਕੌਣ ਕੰਮ ਕਰ ਰਿਹਾ ਹੈ। ਫੋਰ ਐਗਜ਼ਾਮਪਲ, ਰਾਮ ਇਜ਼ ਗੋਇੰਗ ਟੂ ਸਕੂਲ, ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ। ਮੀਨਸ ਇਸ ਦੇ ਵਿੱਚ ਤੁਸੀਂ ਜੋ ਗ੍ਰੀਨ ਕਲਰ ਦੇ ਵਿੱਚ ਵਰਡ ਦੇਖ ਰਹੇ ਹੋ, ਰਾਮ, ਦ ਬॉयਜ਼, ਦ ਟੀਚਰ, ਇਹਨਾਂ ਸਾਰੇ ਆਪਾਂ ਵਰਡਸ ਨੂੰ ਸਬਜੈਕਟ ਬੋਲਦੇ ਹਾਂ, ਕੰਮ ਨੂੰ ਕਰਨ ਵਾਲਾ। ਰਾਮ ਇਜ਼ ਗੋਇੰਗ ਟੂ ਸਕੂਲ, ਕੌਣ ਕੰਮ ਨੂੰ ਕਰ ਰਿਹਾ ਹੈ, ਸਕੂਲ ਕੌਣ ਜਾ ਰਿਹਾ ਹੈ, ਰਾਮ। ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਫੁੱਟਬਾਲ ਕੌਣ ਖੇਡ ਰਿਹਾ ਹੈ, ਦ ਬॉयਜ਼। ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ, ਕੌਣ ਸਟੂਡੈਂਟਸ ਨੂੰ ਟੀਚ ਕਰ ਰਿਹਾ ਹੈ, ਦ ਟੀਚਰ। ਸੋ ਇਹ ਗ੍ਰੀਨ ਕਲਰ ਦੇ ਜਿਹੜੇ ਵਰਡਸ ਹੈ ਇਹਨਾਂ ਨੂੰ ਆਪਾਂ ਸਬਜੈਕਟ ਬੋਲਦੇ ਹਾਂ ਸੈਂਟੈਂਸ ਦੇ ਵਿੱਚ, ਕੰਮ ਨੂੰ ਕਰਨ ਵਾਲਾ, ਜਾਂ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਕਰਤਾ ਬੋਲਦੇ ਹਾਂ, ਕਰਤਾ। ਨੈਕਸਟ ਹੈ ਜੀ ਆਬਜੈਕਟ। ਵਾਟ ਇਜ਼ ਆਬਜੈਕਟ ਇਨ ਅ ਸੈਂਟੈਂਸ। ਆਬਜੈਕਟ ਦਾ ਮਤਲਬ ਹੈ ਕਿ ਦ ਵਰਡ ਨਾਊਨ ਔਰ ਪ੍ਰਨਾਊਨ, ਇਹ ਵੀ ਨਾਊਨ ਜਾਂ ਪ੍ਰਨਾਊਨ ਵਰਡ ਹੋ ਸਕਦਾ ਹੈ, ਔਨ ਵਿਚ ਔਰ ਫਾਰ ਵਿਚ ਐਕਸ਼ਨ ਇਜ਼ ਬੀਇੰਗ ਪਰਫੋਰਮਡ ਇਜ਼ ਕਾਲਡ ਐਨ ਆਬਜੈਕਟ। ਜਿਸ ਦੇ ਉੱਪਰ ਕੰਮ ਕੀਤਾ ਜਾਂਦਾ ਹੈ ਜਾਂ ਜਿਸ ਦੇ ਲਈ ਕੰਮ ਕੀਤਾ ਜਾਂਦਾ ਹੈ ਉਸ ਨੂੰ ਆਪਾਂ ਆਬਜੈਕਟ ਬੋਲਦੇ ਹਾਂ। ਵਿਆਕਰਨਿਕ ਭਾਸ਼ਾ ਦੇ ਵਿੱਚ ਆਪਾਂ ਇਸ ਨੂੰ ਕਾਰਕ ਬੋਲਦੇ ਹਾਂ। ਕਿ ਕਾਰਕ ਕੀ ਹੁੰਦਾ ਹੈ? ਕਾਰਕ ਮੀਨਸ ਜਿਸ ਦੇ ਲਈ ਕੰਮ ਕੀਤਾ ਜਾਂਦਾ ਹੈ ਜਾਂ ਜਿਸ ਦੇ ਉੱਪਰ ਕੰਮ ਕੀਤਾ ਜਾਂਦਾ ਹੈ। ਸੋ ਸੇਮ ਸੈਂਟੈਂਸ ਲੈ ਕੇ ਆਪਾਂ ਇੱਥੇ ਐਗਜ਼ਾਮਪਲ ਆਪਣੀ ਲੈ ਕੇ ਚੱਲਦੇ ਹਾਂ। ਸੋ ਰਾਮ ਇਜ਼ ਗੋਇੰਗ ਟੂ ਸਕੂਲ, ਇਸ ਦੇ ਵਿੱਚ ਜੋ ਸਕੂਲ ਵਰਡ ਹੈ, ਜੋ ਮੈਂ ਗ੍ਰੀਨ ਕਲਰ ਦੇ ਵਿੱਚ ਤੁਹਾਨੂੰ ਸ਼ੋਅ ਕਰ ਰਿਹਾ ਹਾਂ, ਗ੍ਰੀਨ ਕਲਰ ਦਾ ਜਿਹੜਾ ਵਰਡ ਹੈ ਉਹ ਕਾਰਕ ਹੈ, ਇੱਥੇ ਆਬਜੈਕਟ ਹੈ। ਸੋ ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਇੱਥੇ ਫੁੱਟਬਾਲ ਜਿਹੜਾ ਹੈ ਆਬਜੈਕਟ ਹੈ। ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ, ਦਾ ਸਟੂਡੈਂਟਸ ਜਿਹੜਾ ਵਰਡ ਹੈ ਇਹਦੇ ਵਿੱਚ
ਆਬਜੈਕਟ ਹੈ। ਸੋ ਕੰਮ ਨੂੰ ਜਿਸ ਦੇ ਉੱਪਰ ਕੀਤਾ ਜਾਂਦਾ ਹੈ ਜਾਂ ਜਿਸ ਲਈ ਕੰਮ ਕੀਤਾ ਜਾਂਦਾ ਹੈ, ਜਿਸ ਨੂੰ ਆਪਾਂ ਕਾਰਕ ਬੋਲਦੇ ਹਾਂ, ਜਿਸ ਤਰ੍ਹਾਂ ਹੀ ਕੰਮ ਕੀਤਾ ਜਾਂਦਾ ਹੈ, ਸੋ ਉਸ ਨੂੰ ਆਪਾਂ ਆਬਜੈਕਟ ਬੋਲਦੇ ਹਾਂ। ਨੈਕਸਟ ਇਹਦੇ ਵਿੱਚ ਹੈ ਜੀ ਵਰਬ, ਜੋ ਗ੍ਰਾਮਰ ਦੇ ਵਿੱਚ ਆਪਾਂ ਨੂੰ ਆਮ ਤੌਰ 'ਤੇ ਤੁਹਾਨੂੰ ਸੁਣਨ ਨੂੰ ਵੇਖਣ ਨੂੰ ਮਿਲਦਾ। ਵਰਬ ਦੇ ਉੱਪਰ ਆਪਾਂ ਜਿਹੜਾ ਡਿਟੇਲਡ ਲੈਕਚਰ ਹੈ, ਡਿਟੇਲਡ ਲੈਸਨ ਹੈ, ਉਹ ਅਲੱਗ ਤੋਂ ਇੱਕ ਤੁਹਾਨੂੰ ਸ਼ੇਅਰ ਕਰਾਂਗੇ। ਬਟ ਹਾਲ ਦੀ ਘੜੀ ਫਿਲਹਾਲ ਇਸ ਲੈਸਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਸੀਂ ਇੰਨਾ ਸਮਝ ਲੈਣਾ ਹੈ ਕਿ ਵਰਬ ਕੀ ਹੈ। ਅ ਵਰਬ ਰੈਫਰਸ ਟੂ ਦ ਐਕਸ਼ਨ ਵਰਡ ਆਫ ਦਾ ਸੈਂਟੈਂਸ, ਕਿ ਸੈਂਟੈਂਸ ਦੇ ਵਿੱਚ ਜਿਹੜਾ ਐਕਸ਼ਨ ਵਰਡ ਹੈ ਜੋ ਦੱਸ ਰਿਹਾ ਹੈ ਕਿ ਕੰਮ, ਇਹ ਕੰਮ ਹੋ ਰਿਹਾ ਹੈ, ਕੀ ਕੰਮ ਹੋ ਰਿਹਾ ਹੈ, ਐਕਸ਼ਨ ਵਰਡ ਜੋ ਸੈਂਟੈਂਸ ਦੇ ਵਿੱਚ ਆ ਰਿਹਾ ਉਸ ਨੂੰ ਆਪਾਂ ਵਰਬ ਬੋਲਦੇ ਹਾਂ। ਫੋਰ ਐਗਜ਼ਾਮਪਲ ਇੱਥੇ ਸੇਮ ਸੈਂਟੈਂਸ ਲੈ ਕੇ ਮੈਂ ਗ੍ਰੀਨ ਕਲਰ ਦੇ ਵਿੱਚ ਹਾਈਲਾਈਟ ਕੀਤਾ ਹੈ ਵਰਬ ਵਰਡ ਨੂੰ। ਰਾਮ ਇਜ਼ ਗੋਇੰਗ ਟੂ ਸਕੂਲ ਦੇ ਵਿੱਚ ਗੋਇੰਗ ਵਰਡ ਹੈ ਜਿਹੜਾ ਉਹ ਵਰਬ ਨੂੰ ਦਰਸਾ ਰਿਹਾ। ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਪਲੇਇੰਗ ਵਰਡ ਹੈ ਜਿਹੜਾ ਇਹ ਵਰਬ ਨੂੰ ਦਰਸਾ ਰਿਹਾ। ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ, ਟੀਚਿੰਗ ਜਿਹੜਾ ਵਰਡ ਹੈ ਉਹ ਵਰਬ ਨੂੰ ਦਰਸਾ ਰਿਹਾ। ਸੋ ਗੋਇੰਗ, ਪਲੇਇੰਗ, ਟੀਚਿੰਗ, ਇਹ ਸੇਮ ਸੈਂਟੈਂਸਸ ਦੇ ਵਿੱਚ ਐਗਜ਼ਾਮਪਲਸ ਹੈ ਵਰਬ ਦੀਆਂ, ਕਿਰਿਆ ਦੀਆਂ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਿਰਿਆ ਸ਼ਬਦ ਬੋਲਦੇ ਹਾਂ। ਨੈਕਸਟ ਹੈ ਜੀ ਵਰਬ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਦੋ ਵਰਡਸ ਤੋਂ ਹੁੰਦਾ ਨਾਰਮਲੀ, ਇੱਕ ਹੈਲਪਿੰਗ ਵਰਬ, ਇੱਕ ਮੇਨ ਵਰਬ। ਸੈਂਟੈਂਸ ਦੇ ਵਿੱਚ ਆਪਾਂ ਇੱਕ ਹੈਲਪਿੰਗ ਵਰਬ ਦੇਖਦੇ ਹਾਂ, ਇੱਕ ਮੇਨ ਵਰਬ। ਵਰਬ ਦਾ ਕੰਬੀਨੇਸ਼ਨ ਦੋ ਵਰਡਸ ਤੋਂ ਹੁੰਦਾ। ਜਿਵੇਂ ਸੇਮ ਸੈਂਟੈਂਸ ਆਪਾਂ ਲੈ ਲਈਏ, ਮੀਨਸ ਮੇਨ ਵਰਬ ਜਿਹੜਾ ਮੇਨ ਕੰਮ ਹੋ ਰਿਹਾ, ਮੇਨ ਐਕਸ਼ਨ ਹੋ ਰਿਹਾ ਕੰਮ ਦੇ ਸੈਂਟੈਂਸ ਦੇ ਵਿੱਚ, ਔਰ ਹੈਲਪਿੰਗ ਵਰਬ ਜਿਹੜੀ ਟੈਂਸ ਦੇ ਅਕੋਰਡਿੰਗਲੀ ਆਪਾਂ ਉਹਦੇ ਵਿੱਚ ਸੈਂਟੈਂਸ ਨੂੰ ਪੂਰਾ ਕਰਨ ਦੇ ਲਈ, ਉਹਦੀ ਸੈਂਸ ਪੂਰਾ ਕਰਨ ਦੇ ਲਈ ਹੈਲਪਿੰਗ ਵਰਬ ਲਗਾਉਂਦੇ ਆ, ਉਸ ਨੂੰ ਆਪਾਂ ਹੈਲਪਿੰਗ ਵਰਬ ਬੋਲਦੇ ਹਾਂ। ਸੋ ਇੱਥੇ ਮੈਂ ਗ੍ਰੀਨ ਕਲਰ ਦੇ ਵਿੱਚ ਐਚ ਵੀ ਲਿਖਿਆ ਹੈ, ਤਾਂ ਸੈਂਟੈਂਸ ਦੇ ਵਿੱਚ ਵੀ ਗ੍ਰੀਨ ਕਲਰ ਦੇ ਵਿੱਚ ਜਿਹੜੀ ਹੈ ਵਰਡ ਉਹ ਤੁਹਾਨੂੰ ਨਜ਼ਰ ਆਏਗਾ, ਉਹ ਹੈਲਪਿੰਗ ਵਰਬ ਹੈ। ਦੂਸਰਾ ਮੈਂ ਇੱਥੇ ਇਹ ਬਲੂ ਕਲਰ ਦੇ ਵਿੱਚ ਮੇਨ ਵਰਬ ਲਿਖਿਆ ਹੈ, ਮੇਨ ਵਰਬ ਇੱਥੇ ਲਿਖ ਰਿਹਾ, ਤਾਂ ਜੋ ਸੈਂਟੈਂਸ ਦੇ ਵਿੱਚ ਸੇਮ ਬਲੂ ਕਲਰ ਦੇ ਵਿੱਚ ਤੁਹਾਨੂੰ ਵਰਡ ਨਜ਼ਰ ਆ ਰਿਹਾ ਉਹ ਜਿਹੜੀ ਹੈ ਹੈਲਪਿੰਗ ਮੇਨ ਵਰਬ ਦਾ ਦੀ ਫਾਰਮ ਹੈ। ਸੋ ਇੱਥੇ ਆਪਾਂ ਸੈਂਟੈਂਸ ਪੜ੍ਹ ਲੈਣੇ। ਸੇਮ ਸੈਂਟੈਂਸ ਮੈਂ ਲੈ ਰਿਹਾ ਐਗਜ਼ਾਮਪਲ ਦੇ ਵਿੱਚ, ਰਾਮ ਇਜ਼ ਗੋਇੰਗ ਟੂ ਸਕੂਲ ਮੀਨਸ ਇਜ਼ ਇੱਥੇ ਹੈਲਪਿੰਗ ਵਰਬ ਹੈ, ਔਰ ਗੋਇੰਗ ਜਿਹੜੀ ਮੇਨ ਵਰਬ ਹੈ। ਦ ਬॉयਜ਼ ਆਰ ਪਲੇਇੰਗ ਫੁੱਟਬਾਲ ਆਰ ਹੈਲਪਿੰਗ ਵਰਬ ਹੈ, ਪਲੇਇੰਗ ਜਿਹੜੀ ਹੈ ਮੇਨ ਵਰਬ ਹੈ। ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ ਇਜ਼ ਟੀਚਿੰਗ ਇਜ਼ ਹੈਲਪਿੰਗ ਵਰਬ ਹੈ, ਟੀਚਿੰਗ ਹੈ ਮੇਨ ਵਰਬ ਹੈ। ਸੋ ਆਈ ਥਿੰਕ ਕਿ ਤੁਹਾਨੂੰ ਇਸ ਦਾ ਵਰਬ ਦੀ ਜਿਹੜੀ ਫਾਰਮ ਹੈ, ਸਟਰਕਚਰ ਹੈ, ਹੈਲਪਿੰਗ ਵਰਬ ਅਤੇ ਮੇਨ ਵਰਬ, ਉਹਦਾ ਆਈਡੀਆ ਹੋ ਗਿਆ ਹੋਣਾ। ਤੁਸੀਂ ਸਕਰੀਨਸ਼ਾਟ ਇਸ ਦਾ ਨਾਲ ਲੈ ਸਕਦੇ ਹੋ, ਇਹ ਵੀਡੀਓ ਸੁਣਦੇ ਵੇਖਦੇ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਰਿਵਾਈਜ਼ ਕਰ ਸਕਦੇ ਹੋ। ਜੇ ਕਿਸੇ ਨੂੰ ਕੋਈ ਡਾਊਟ ਹੋਵੇ, ਕੋਈ ਕਲੈਰਿਟੀ ਨਾ ਹੋਵੇ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ, ਤਾਂ ਮੈਂ ਟਰਾਈ ਕਰੂੰਗਾ ਤੁਹਾਡੇ ਹਰ ਕਮੈਂਟ ਦਾ ਰਿਪਲਾਈ ਕਰਨ ਦੀ। ਸੋ ਸੈਂਟੈਂਸ ਸਟਰਕਚਰ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਸੈਂਟੈਂਸ ਸਟਰਕਚਰ ਜਿਹੜੀ ਵਾਕ ਬਣਤਰ ਆਪਾਂ ਪੜ੍ਹ ਕੇ ਆਏ ਹਾਂ, ਉਹਦੇ ਵਿੱਚ ਕੀ ਹੈ ਕਿ ਇਨ ਐਵਰੀ ਲੈਂਗੁਏਜ ਦੇਰ ਇਜ਼ ਅ ਸਪੈਸੀਫਿਕ ਸੈਂਟੈਂਸ ਸਟਰਕਚਰ। ਇਨ ਇੰਗਲਿਸ਼ ਲੈਂਗੁਏਜ ਦਾ ਫੋਲੋਇੰਗ ਇਕੁਏਸ਼ਨ ਔਰ ਸਟਰਕਚਰ ਇਜ਼ ਐਪਲੀਕੇਬਲ। ਸੋ ਆਪਾਂ ਨੂੰ ਪਤਾ ਹੈ ਕਿ ਹਰ ਵਾਕ ਜਿਹੜਾ ਹੈ, ਹਰ ਲੈਂਗੁਏਜ, ਹਰ ਭਾਸ਼ਾ ਦਾ ਵਾਕ ਹੈ ਜਿਹੜਾ, ਉਹਦੀ ਆਪਣੀ ਪਾਰਟੀਕੂਲਰ ਸਟਰਕਚਰ ਹੁੰਦੀ ਹੈ ਇੱਕ। ਸੋ ਉਹਦੇ ਅਕੋਰਡਿੰਗਲੀ ਆਪਾਂ ਇੰਗਲਿਸ਼ ਦੇ ਵਿੱਚ ਵੀ ਗੱਲ ਕਰੀਏ ਤਾਂ ਇਹ ਸੈਂਟੈਂਸ ਸਟਰਕਚਰ ਬਣਦੀ ਹੈ। ਸਭ ਤੋਂ ਪਹਿਲਾਂ ਸਬਜੈਕਟ ਲੱਗਿਆ ਹੁੰਦਾ ਹੈ, ਉਸ ਤੋਂ ਬਾਅਦ ਵਰਬ ਦੀ ਫਾਰਮ ਲੱਗੀ ਹੁੰਦੀ ਹੈ ਜਿਹਦੇ ਵਿੱਚ ਮੇਨ ਵਰਬ ਔਰ ਹੈਲਪਿੰਗ ਵਰਬ ਦੋਨੋਂ ਕੰਬੀਨੇਸ਼ਨ ਆ ਜਾਂਦੇ ਆ। ਉਸ ਤੋਂ ਬਾਅਦ ਆਬਜੈਕਟ ਲੱਗਿਆ ਹੁੰਦਾ ਹੈ। ਇੱਥੇ ਮੈਂ ਵਿੱਚ ਔਰ ਲਿਖਿਆ ਹੈ, ਸਿਰਫ ਫਰਕ ਇੰਨਾ ਹੈ ਕਿ ਨੀਚੇ ਵਾਲੇ ਦੇ ਵਿੱਚ ਹੈਲਪਿੰਗ ਵਰਬ ਅਤੇ ਮੇਨ ਵਰਬ ਜਿਹੜੀਆਂ ਦੱਸੀਆਂ ਉਹਨਾਂ ਨੂੰ ਬ੍ਰੈਕਟ ਦੇ ਵਿੱਚ ਐਡ ਆਨ ਕੀਤਾ ਹੈ ਵਰਬ ਵਰਡ ਦੇ ਨਾਲ। ਸੋ ਤੁਸੀਂ ਸਿੰਪਲੀ ਇੱਥੋਂ ਦੇਖ ਸਕਦੇ ਹੋ ਕਿ ਮੈਂ ਬ੍ਰੈਕਟ ਦੇ ਵਿੱਚ ਉੱਪਰ ਵਾਲੇ ਸਮੀਕਰਨ ਦੇ ਵਿੱਚ SVO ਲਿਖਿਆ। SVO ਯਾਦ ਰੱਖ ਲੈਣਾ। ਸਬਜੈਕਟ ਪਹਿਲਾਂ ਆਏਗਾ, ਜੇ ਸੈਂਟੈਂਸ ਕੋਈ ਵੀ ਪੰਜਾਬੀ ਤੋਂ ਜਾਂ ਕਿਸੇ ਹਿੰਦੀ ਕਿਸੇ ਭਾਸ਼ਾ ਤੋਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਤਾਂ ਤੁਹਾਡੇ ਕੋਲ ਸਬਜੈਕਟ ਜਿਹੜਾ ਹੈ ਸਭ ਤੋਂ ਪਹਿਲਾਂ ਲੱਗੇਗਾ, ਵਰਬ ਉਸ ਤੋਂ ਬਾਅਦ ਲੱਗੇਗੀ, ਆਬਜੈਕਟ ਉਸ ਤੋਂ ਬਾਅਦ ਲਾਸਟ 'ਤੇ ਲੱਗੇਗਾ। ਇਸ ਤਰ੍ਹਾਂ ਸੈਂਟੈਂਸ ਨੂੰ ਆਪਾਂ ਟਰਾਂਸਲੇਟ ਕਰ ਸਕਦੇ ਹਾਂ, ਈਜ਼ੀਲੀ ਇੰਗਲਿਸ਼ ਦੇ ਵਿੱਚ ਲਿਖ ਸਕਦੇ ਹਾਂ। ਸੋ ਸਬਜੈਕਟ, ਵਰਬ, ਆਬਜੈਕਟ ਤੁਹਾਨੂੰ ਸਬਜੈਕਟ ਦੀ ਪਛਾਣ ਦੱਸਦੀ ਹੈ, ਵਰਬ ਦੀ ਪਛਾਣ ਦੱਸਦੀ ਹੈ, ਆਬਜੈਕਟ ਦੀ ਪਹਿਚਾਣ ਦੱਸਦੀ ਹੈ ਕਿ ਕਿਸ ਤਰ੍ਹਾਂ ਦੇ ਵਰਡ ਇਹ ਹੁੰਦੇ ਆ ਸੈਂਟੈਂਸ ਦੇ ਵਿੱਚ। ਪੰਜਾਬੀ ਦੇ ਵਿੱਚੋਂ ਵੀ ਤੁਸੀਂ ਉਹ ਲੱਭ ਸਕਦੇ ਹੋ, ਇੰਗਲਿਸ਼ ਦੇ ਵਿੱਚ ਵੀ ਲੱਭ ਸਕਦੇ ਹੋ, ਟਰਾਂਸਲੇਟ ਵੀ ਕਰ ਸਕਦੇ ਹੋ ਇਸ ਸਟਰਕਚਰ ਦੇ ਅਕੋਰਡਿੰਗਲੀ। ਸੋ ਇਹ ਸੈਂਟੈਂਸ ਸਟਰਕਚਰ ਹੈ ਜਿਹੜਾ ਬੇਸ ਹੈ ਇੰਗਲਿਸ਼ ਲੈਂਗੁਏਜ ਨੂੰ ਸਿੱਖਣ ਦਾ। ਇਹ ਸਾਰਾ ਅੱਜ ਦਾ ਲੈਸਨ ਬੇਸਿਕ ਤੋਂ ਸਟਾਰਟ ਕਰ ਰਹੇ ਹਾਂ। ਸੋ ਇਹ ਸੈਂਟੈਂਸ ਸਟਰਕਚਰ ਦੇ ਬਾਰੇ ਬਿਲਕੁਲ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ। ਫੋਰ ਐਗਜ਼ਾਮਪਲ ਅਗਲੇ ਐਗਜ਼ਾਮਪਲ ਦੇ ਵਿੱਚ ਆਪਾਂ ਚੱਲਦੇ ਹਾਂ ਕਿ ਸਬਜੈਕਟ, ਆਬਜੈਕਟ ਔਰ ਇੱਕ ਮਿੰਟ ਲਈ ਇੰਟਰਪਟ ਹੋ ਰਿਹਾ। ਸਬਜੈਕਟ, ਆਬਜੈਕਟ ਅਤੇ ਵਰਬ ਕਿਸ ਤਰ੍ਹਾਂ ਸੈਂਟੈਂਸ ਸਟਰਕਚਰ ਦੇ ਵਿੱਚ ਲੱਗਦਾ, ਜਿਹੜੀ ਆਪਾਂ ਉੱਪਰ ਇਕੁਏਸ਼ਨ ਪੜ੍ਹ ਕੇ ਆਏ ਹਾਂ, SVO ਵਾਲਾ ਫਾਰਮੂਲਾ ਜਿਹੜਾ ਹੈ। ਸੋ ਰਾਮ ਇਜ਼ ਗੋਇੰਗ ਟੂ ਸਕੂਲ, ਮੈਂ ਬ੍ਰੈਕਟ ਦੇ ਵਿੱਚ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਇਹ ਵਾਲੀ ਬ੍ਰੈਕਟ SVO, ਰੈੱਡ ਕਲਰ ਦੇ ਵਿੱਚ ਲਿਖਿਆ ਹੈ, ਤਾਂ ਮੀਨਸ ਨੀਚੇ ਜਿਹੜੇ ਸੈਂਟੈਂਸ ਲਿਖਿਆ ਸਬਜੈਕਟ
ਉਹ ਰੈੱਡ ਕਲਰ ਦੇ ਵਿੱਚ ਜਿਹੜੇ ਸੈਂਟੈਂਸ ਦੇ ਵਿੱਚ ਵਰਡ ਨੇ ਉਹ ਸਾਰੇ ਸਬਜੈਕਟ ਨੇ। ਗ੍ਰੀਨ ਕਲਰ ਦੇ ਵਿੱਚ ਮੈਂ ਵੀ ਲਿਖਿਆ ਹੈ, ਤਾਂ ਸਾਰੇ ਜਿਹੜੇ ਗ੍ਰੀਨ ਕਲਰ ਦੇ ਵਰਡ ਤੁਸੀਂ ਦੇਖ ਰਹੇ ਹੋ ਉਹ ਵਰਬ ਹੈ। ਔਰ ਬਲੂ ਕਲਰ ਦੇ ਵਿੱਚ ਮੈਂ ਉਹ ਲਿਖਿਆ ਮੀਨਸ ਆਬਜੈਕਟ। ਜਿਹੜੇ ਬਲੂ ਕਲਰ ਦੇ ਵਿੱਚ ਨਜ਼ਰ ਤੁਹਾਨੂੰ ਆ ਰਿਹਾ ਸੈਂਟੈਂਸ ਦੇ ਵਿੱਚ ਜਿਹੜੇ ਵਰਡਸ ਉਹ ਸਾਰੇ ਆਬਜੈਕਟ ਨੇ ਇਹਦੇ ਵਿੱਚ। ਸੋ ਸੇਮ ਸੈਂਟੈਂਸ ਦੀ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਰਾਮ ਇਜ਼ ਗੋਇੰਗ ਟੂ ਸਕੂਲ, ਦ ਬॉयਜ਼ ਆਰ ਪਲੇਇੰਗ ਫੁੱਟਬਾਲ, ਦ ਟੀਚਰ ਇਜ਼ ਟੀਚਿੰਗ ਟੂ ਦ ਸਟੂਡੈਂਟਸ। ਸੋ ਇਹ ਸੈਂਟੈਂਸ ਸਟਰਕਚਰ ਦੇ ਅਕੋਰਡਿੰਗਲੀ ਇਸੇ ਤਰ੍ਹਾਂ ਹੀ ਸੈਂਟੈਂਸ ਬਣਨਗੇ। ਇਹ ਆਪਾਂ ਨਾਰਮਲ ਇੱਕ ਅਫਰਮੇਟਿਵ ਸੈਂਟੈਂਸ ਲੈ ਕੇ ਚੱਲਦੇ ਹਾਂ। ਸੈਂਟੈਂਸਸ ਦੀਆਂ ਵੀ ਅੱਗੇ ਟਾਈਪਸ ਹੁੰਦੀਆਂ ਨੇ, ਪੋਜ਼ੀਟਿਵ, ਨੈਗੇਟਿਵ ਮੀਨਸ ਅਫਰਮੇਟਿਵ, ਨੈਗੇਟਿਵ, ਇੰਟੈਰੋਗੇਟਿਵ, ਐਕਸਕਲੇਮੇਟਰੀ। ਉਹ ਆਪਾਂ ਇੱਕ ਅਲੱਗ ਲੈਸਨ ਦੇ ਵਿੱਚ ਡਿਸਕਸ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੀ ਸਟਰਕਚਰ ਉਹਨਾਂ ਦੀ ਹੁੰਦੀ ਹੈ, ਉਹਦੇ ਵਿੱਚ ਕਿਵੇਂ ਕੰਬੀਨੇਸ਼ਨ ਵਰਡਸ ਦਾ ਆਉਂਦਾ। ਸੋ ਨੈਕਸਟ ਜਿਹੜਾ ਟੌਪਿਕ ਹੈ ਵੀਡੀਓ ਦਾ, ਵਰਡ ਕਲਾਸਿਸ, ਸ਼ਬਦਾਂ ਦੀਆਂ ਅਲੱਗ-ਅਲੱਗ ਕਿਸਮਾਂ, ਉਹ ਕੀ ਕੁਛ ਹੁੰਦਾ ਹੈ, ਨਾਊਨ ਪ੍ਰਨਾਊਨ ਵਗੈਰਾ, ਉਹਦੇ 'ਤੇ ਆਪਾਂ ਡਿਸਕਸ ਕਰਾਂਗੇ। ਅੱਜ ਲਈ ਤੁਹਾਡਾ ਧੰਨਵਾਦ। ਇਹ ਵੱਧ ਤੋਂ ਵੱਧ ਸ਼ੇਅਰ ਕਰੋ ਸਟੂਡੈਂਟਸ ਦੇ ਨਾਲ ਔਰ ਇੰਗਲਿਸ਼ ਲੈਂਗੁਏਜ ਸਿੱਖਣ ਵਾਲਿਆਂ ਦੇ ਨਾਲ, ਸੋ ਦੈਟ ਹਰ ਉਸ ਨੀਡੀ ਪਰਸਨ ਕੋਲ ਜਿਸ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ, ਇਸ ਤਰ੍ਹਾਂ ਦੇ ਟੌਪਿਕ ਦੀ ਜ਼ਰੂਰਤ ਹੈ, ਵੀਡੀਓ ਪਹੁੰਚ ਸਕੇ। ਸੋ ਇਹ ਮੇਰਾ ਐਫਰਟ ਹੈ ਅੱਜ ਦੇ ਦੌਰ ਦੇ ਵਿੱਚ, ਔਨਲਾਈਨ ਦੌਰ ਦੇ ਵਿੱਚ, ਔਨਲਾਈਨ ਜ਼ਮਾਨੇ ਦੇ ਵਿੱਚ, ਡਿਜੀਟਲ ਜ਼ਮਾਨੇ ਦੇ ਵਿੱਚ, ਕਿ ਮੈਂ ਆਪਣੀ ਛੋਟੀ ਜਿਹੀ ਐਫਰਟ ਕਰ ਰਿਹਾ ਕਿ ਜੋ ਨੀਡੀ ਸਟੂਡੈਂਟਸ ਹੈ ਉਹਨਾਂ ਤੱਕ ਇਹ ਵੀਡੀਓ ਜਾਂ ਇਸ ਤਰ੍ਹਾਂ ਦੇ ਕੰਟੈਂਟ, ਇਸ ਤਰ੍ਹਾਂ ਦੇ ਲੈਸਨਸ ਜ਼ਰੂਰ ਪਹੁੰਚਣ ਅਤੇ ਫਰੀ ਆਫ ਕਾਸਟ ਹੈ ਜਿਹੜੀ ਐਜੂਕੇਸ਼ਨ ਮੈਂ ਪ੍ਰੋਵਾਈਡ ਕਰਵਾ ਸਕਾਂ। ਸੋ ਸਾਰਿਆਂ ਦਾ ਥੈਂਕ ਯੂ।